ਗੁਰੂ ਜੀ ਦੀਆਂ ਸਾਖੀਆਂ ਨੂੰ ਸਭ ਤੋਂ ਪਹਿਲਾਂ ਸੁਣਨ ਵਾਸਤੇ ਇੱਥੋਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਫਿਰ ਸਾਹਮਣੇ ਦਿਖਾਈ ਦੇ ਰਹੇ ਬੈਲ ਦੇ ਬਟਨ ਨੂੰ ਦਬਾ ਕੇ ਇਸ ਤਰ੍ਹਾਂ ਆਲ ਉੱਪਰ ਕਲਿੱਕ ਕਰ ਲਓ। ਗੁਰੂ ਪਿਆਰਿਓ, ਪਿਤਾ ਮਹਿਤਾ ਕਾਲੂ ਜੀ ਗੁਰੂ ਨਾਨਕ ਦੇਵ ਜੀ ਤੋਂ ਬਹੁਤ ਪਰੇਸ਼ਾਨ ਸਨ, ਕਿਉਂਕਿ ਉਹ ਦੇਖਦੇ ਸਨ ਕਿ ਨਾਨਕ ਜੀ ਦਾ ਮਨ ਨਾ ਤਾਂ ਖੇਤੀ ਵਿੱਚ ਲੱਗਦਾ ਸੀ ਤੇ ਨਾ ਹੀ ਘਰ ਦੇ ਕੰਮਾਂ-ਕਾਰਾਂ ਵਿੱਚ ਲੱਗਦਾ ਸੀ। ਤਾਂ ਇੱਕ ਦਿਨ ਪਿਤਾ ਮਹਿਤਾ ਕਾਲੂ ਜੀ ਨੇ ਸੋਚਿਆ ਕਿ ਕਿਉਂ ਨਾ ਨਾਨਕ ਨੂੰ ਵਪਾਰ ਦੇ ਵਿੱਚ ਪਾ ਦਿੱਤਾ ਜਾਵੇ। ਹੋ ਸਕਦਾ ਹੈ ਕਿ ਨਾਨਕ ਜੀ ਦਾ ਮਨ ਆਪਣੇ ਵਪਾਰ ਵਿੱਚ ਲੱਗ ਜਾਵੇ। ਪਿਤਾ ਮਹਿਤਾ ਕਾਲੂ ਜੀ ਨੇ ਗੁਰੂ ਜੀ ਨੂੰ ਬੜੇ ਹੀ ਪਿਆਰ ਨਾਲ ਆਪਣੇ ਕੋਲ ਬੁਲਾਇਆ ਤੇ ਕਿਹਾ ਕਿ ਪੁੱਤਰ ਜੀ, ਜੇਕਰ ਤੁਹਾਡਾ ਮਨ ਖੇਤੀ ਵਿੱਚ ਜਾਂ ਫਿਰ ਘਰ ਦੇ ਕੰਮਾਂ-ਕਾਰਾਂ ਵਿੱਚ ਨਹੀਂ ਲੱਗਦਾ ਹੈ ਤਾਂ ਇੰਜ ਕਰੋ ਕਿ ਮੇਰੇ ਕੋਲੋਂ ਆ 20 ਰੁਪਏ ਲਵੋ ਤੇ ਸ਼ਹਿਰ ਵਿੱਚੋਂ ਕੁਝ ਵਸਤਾਂ ਖਰੀਦ ਕੇ ਉਹਨਾਂ ਨੂੰ ਨੇੜੇ ਤੇੜੇ ਦੇ ਪਿੰਡਾਂ ਵਿੱਚ ਵੇਚੋ ਤੇ ਨਾਲ ਹੀ ਚੰਗੇ ਸੂਝਵਾਨ ਵਪਾਰੀਆਂ ਨੂੰ ਮਿਲੋ, ਜਿਸ ਨਾਲ ਤੁਹਾਨੂੰ ਵਪਾਰ ਦੀ ਵੀ ਸਮਝ ਆਵੇਗੀ। ਸ਼੍ਰੀ ਗੁਰੂ ਨਾਨਕ ਦੇਵ ਜੀ ਪਿਤਾ ਦੀ ਗੱਲ ਨਾਲ ਸਹਿਮਤ ਹੋ ਗਏ ਤੇ ਉਹਨਾਂ ਨੇ ਸਿਰ ਹਿਲਾਇਆ। ਪਿਤਾ ਮਹਿਤਾ ਕਾਲੂ ਜੀ ਨੇ ਪ੍ਰਸੰਨ ਹੋ ਕੇ ਗੁਰੂ ਜੀ ਨੂੰ ਆਪਣੇ ਪੱਲਿਓਂ 20 ਰੁਪਏ ਫੜਾ ਦਿੱਤੇ ਤੇ ਵਸਤਾਂ ਖਰੀਦਣ ਲਈ ਬਾਜ਼ਾਰ ਵੱਲ ਭੇਜ ਦਿੱਤਾ। ਗੁਰੂ ਨਾਨਕ ਦੇਵ ਜੀ ਭਾਈ ਬਾਲਾ ਜੀ ਨੂੰ ਨਾਲ ਲੈ ਕੇ ਬਾਜ਼ਾਰ ਵੱਲ ਨੂੰ ਚੱਲ ਪਏ ਤਾਂ ਤੁਰੇ ਜਾਂਦਿਆਂ ਰਸਤੇ ਵਿੱਚ ਉਹਨਾਂ ਨੂੰ ਈਸ਼ਵਰ ਦੀ ਭਗਤੀ ਕਰਦਿਆਂ ਕੁਝ ਸਾਧੂਆਂ ਦੀ ਟੋਲੀ ਦਿਖਾਈ ਦਿੱਤੀ ਤੇ ਜਦੋਂ ਗੁਰੂ ਜੀ ਨੇ ਉਹਨਾਂ ਸਾਧੂਆਂ ਨਾਲ ਬਚਨ ਬਿਲਾਪ ਕੀਤੇ ਤਾਂ ਪਤਾ ਚੱਲਿਆ ਕਿ ਇਹ ਸਾਧੂ ਕਈ ਦਿਨਾਂ ਤੋਂ ਭੁੱਖੇ ਭਾਣੇ ਪਰਮਾਤਮਾ ਦੀ ਭਜਨ ਬੰਦਗੀ ਕਰ ਰਹੇ ਹਨ। ਸਾਧੂਆਂ ਨੂੰ ਭੁੱਖੇ ਭਾਣੇ ਬੰਦਗੀ ਕਰਦਿਆਂ ਦੇਖ ਕੇ ਗੁਰੂ ਜੀ ਦਾ ਹਿਰਦਾ ਤੜਪ ਗਿਆ ਤੇ ਭਾਈ ਬਾਲਾ ਜੀ ਨਾਲ ਸਲਾਹ ਕਰਨ ਲੱਗੇ ਕਿ ਪਿਤਾ ਜੀ ਨੇ ਆ ਜਿਹੜੇ 20 ਰੁਪਏ ਸਾਨੂੰ ਸੱਚਾ ਸੌਦਾ ਖਰੀਦਣ ਲਈ ਦਿੱਤੇ ਹਨ, ਤਾਂ ਜੇਕਰ ਅਸੀਂ ਇਹਨਾਂ 20 ਰੁਪਈਆਂ ਦਾ ਇਹਨਾਂ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਦਿੰਦੇ ਹਾਂ ਤਾਂ ਇਸ ਤੋਂ ਵੱਡਾ ਸੱਚਾ ਸੌਦਾ ਭਲਾ ਕਿਹੜਾ ਹੋ ਸਕਦਾ ਹੈ। ਤਾਂ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਭਾਈ ਬਾਲਾ ਜੀ ਇੱਕਦਮ ਤੜਪ ਗਏ ਤੇ ਗੁਰੂ ਜੀ ਨੂੰ ਕਹਿਣ ਲੱਗੇ ਕਿ ਆਪ ਜੀ ਦੇ ਪਿਤਾ ਤੋਂ ਮੈਨੂੰ ਬਹੁਤ ਡਰ ਲੱਗਦਾ ਹੈ ਤੇ ਆ 20 ਰੁਪਏ ਉਹਨਾਂ ਸਾਨੂੰ ਵਪਾਰ ਦਾ ਸੌਦਾ ਖਰੀਦਣ ਲਈ ਦਿੱਤੇ ਹਨ, ਨਾ ਕਿ ਭੁੱਖੇ ਸਾਧੂਆਂ ਨੂੰ ਭੋਜਨ ਛਕਾਉਣ ਲਈ। ਸੋ ਭਾਈ ਬਾਲਾ ਜੀ ਇਸ ਗੱਲ ਉੱਤੇ ਗੁਰੂ ਜੀ ਨਾਲ ਰਾਜ਼ੀ ਨਹੀਂ ਹੋਏ ਤੇ ਉਹਨਾਂ ਨੇ ਗੁਰੂ ਜੀ ਨੂੰ ਵੀ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਗੁਰੂ ਜੀ ਤਾਂ ਸਿਰਫ ਅਕਾਲ ਪੁਰਖ ਦੀ ਹੀ ਆਗਿਆ ਮੰਨਦੇ ਸਨ ਤੇ ਉਹਨਾਂ ਨੇ ਭੁੱਖੇ ਸਾਧੂਆਂ ਵਾਸਤੇ ਬਾਜ਼ਾਰ ਵਿੱਚੋਂ ਭੋਜਨ ਦੀ ਰਸਦ ਲਿਆ ਕੇ ਸਾਧੂਆਂ ਨੂੰ ਭੋਜਨ ਛਕਾ ਦਿੱਤਾ ਤੇ ਉਹਨਾਂ ਭੁੱਖੇ ਸਾਧੂਆਂ ਨੇ ਭੋਜਨ ਛਕ ਕੇ ਗੁਰੂ ਜੀ ਨੂੰ ਬਹੁਤ ਅਸੀਸਾਂ ਦਿੱਤੀਆਂ। ਪਿਤਾ ਮਹਿਤਾ ਕਾਲੂ ਜੀ ਦੇ ਡਰ ਤੋਂ ਭਾਈ ਬਾਲਾ ਜੀ ਪਹਿਲਾਂ ਹੀ ਘਰ ਆ ਗਏ ਸਨ ਤੇ ਜਦੋਂ ਪਿਤਾ ਕਾਲੂ ਜੀ ਨੇ ਭਾਈ ਬਾਲਾ ਜੀ ਨੂੰ ਪੁੱਛਿਆ ਕਿ ਨਾਨਕ ਕਿੱਥੇ ਹੈ ਤੇ ਤੁਸੀਂ ਉਹਨਾਂ 20 ਰੁਪਈਆਂ ਦਾ ਕੀ ਕੀਤਾ ਹੈ, ਤੇ ਭਾਈ ਬਾਲਾ ਜੀ ਡਰ ਗਏ ਤੇ ਉਹਨਾਂ ਨੇ ਭੁੱਖੇ ਸਾਧੂਆਂ ਨੂੰ ਭੋਜਨ ਛਕਾਉਣ ਦੀ ਸਾਰੀ ਗੱਲ ਭਾਈ ਕਾਲੂ ਜੀ ਨੂੰ ਦੱਸ ਦਿੱਤੀ, ਜਿਸ ਨੂੰ ਸੁਣ ਕੇ ਭਾਈ ਕਾਲੂ ਜੀ ਬਹੁਤ ਕ੍ਰੋਧ ਵਿੱਚ ਆ ਗਏ ਤੇ ਪੁੱਛਣ ਲੱਗੇ ਕਿ ਇਸ ਵੇਲੇ ਨਾਨਕ ਕਿੱਥੇ ਹੈ। ਤਾਂ ਭਾਈ ਬਾਲਾ ਜੀ ਪਿਤਾ ਮਹਿਤਾ ਕਾਲੂ ਜੀ ਨੂੰ ਨਾਲ ਲੈ ਕੇ ਉੱਥੇ ਪਹੁੰਚ ਗਏ ਜਿੱਥੇ ਗੁਰੂ ਨਾਨਕ ਦੇਵ ਜੀ ਬੈਠੇ ਹੋਏ ਸਨ। ਕ੍ਰੋਧ ਵਿੱਚ ਆਏ ਪਿਤਾ ਕਾਲੂ ਜੀ ਨੇ ਗੁਰੂ ਜੀ ਨੂੰ ਮਾਰਿਆ ਤੇ ਬੁਰਾ ਭਲਾ ਵੀ ਬੋਲਿਆ। ਅਗਲੇ ਦਿਨ ਜਦੋਂ ਇਸ ਗੱਲ ਦਾ ਪਤਾ ਰਾਏ ਭੁਲਾਰ ਨੂੰ ਲੱਗਾ ਕਿ ਕਾਲੂ ਜੀ ਵੱਲੋਂ ਨਾਨਕ ਨੂੰ ਮਾਰਿਆ ਗਿਆ ਹੈ ਤਾਂ ਉਹਨਾਂ ਤੁਰੰਤ ਮਹਿਤਾ ਕਾਲੂ ਜੀ ਨੂੰ ਆਪਣੇ ਘਰ ਬੁਲਾਇਆ ਤੇ ਕਹਿਣ ਲੱਗੇ ਕਿ ਕਾਲੂ ਜੀ, ਮੈਂ ਤੁਹਾਨੂੰ ਕਿਹਾ ਸੀ ਕਿ ਨਾਨਕ ਸਾਡੇ ਇਨਸਾਨਾਂ ਵਰਗਾ ਕੋਈ ਆਮ ਇਨਸਾਨ ਨਹੀਂ ਹੈ, ਬਲਕਿ ਇਨਸਾਨ ਦੇ ਰੂਪ ਵਿੱਚ ਆਇਆ ਕੋਈ ਬਹੁਤ ਵੱਡਾ ਮਹਾਪੁਰਸ਼ ਹੈ ਤੇ ਤੁਸੀਂ ਕਦੀ ਵੀ ਇਸ ਨੂੰ ਨਾ ਝਿੜਕਣਾ ਤੇ ਨਾ ਹੀ ਮਾਰਨਾ। ਪਰ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਈਸ਼ਵਰ ਦਾ ਕੋਈ ਡਰ ਨਹੀਂ, ਜਿਹੜਾ ਤੁਸੀਂ ਨਾਨਕ ਜੀ ਤੇ ਹੱਥ ਚੁੱਕਿਆ ਹੈ। ਰਾਏ ਭੁਲਾਰ ਨੇ ਆਪਣੀ ਜੇਬ ਵਿੱਚੋਂ 20 ਰੁਪਏ ਕੱਢੇ ਤੇ ਭਾਈ ਕਾਲੂ ਜੀ ਨੂੰ ਫੜਾਉਣ ਲੱਗ ਪਏ ਤੇ ਆਖਣ ਲੱਗੇ ਕਿ ਮੈਂ ਇਸ ਮਹਾਨ ਪੁਰਸ਼ ਦੀ ਸੇਵਾ ਕਰਨਾ ਚਾਹੁੰਦਾ ਹਾਂ, ਜਿਸ ਦੇ ਬਦਲੇ ਅੱਜ ਤੋਂ ਬਾਅਦ ਇਹਨਾਂ ਦਾ ਸਾਰਾ ਖਰਚਾ ਅਸੀਂ ਦੇਵਾਂਗੇ। ਤੁਸੀਂ ਬਸ ਨਾਨਕ ਨੂੰ ਕਦੀ ਝਿੜਕਿਓ ਨਾ। ਸਤਨਾਮ ਸ਼੍ਰੀ ਵਾਹਿਗੁਰੂ।